गदर तो नक्सलबाड़ी हथियारबंद संघर्ष ਦੀ ਬਲਦੀ ਮਸ਼ਾਲ ਬਾਬਾ ਬੂਜਾ ਸਿੰਘ। ਸ਼ੋਸ਼ਣ ਦੀਆਂ ਜ਼ੰਜੀਰਾਂ ਵਿੱਚ ਜਕੜੀ ਮਨੁੱਖੀ ਜਾਤ ਨੂੰ ਕੇਵਲ ਇਨਕਲਾਬ ਹੀ ਆਜ਼ਾਦ ਕਰ ਸਕਦਾ ਹੈ। ਇਨਕਲਾਬ ਸਿਰਫ ਹਥਿਆਰਬੰਦ ਇਨਕਲਾਬ ਹੁੰਦਾ ਹੈ। ਹਰ ਯੁੱਗ ਵਿੱਚ ਇਨਕਲਾਬੀਆਂ ਨੇ ਹਥਿਆਰ ਚੁੱਕੇ ਹਨ। ਸਿਰ ਤੋਂ ਲੈ ਕੇ ਪੈਰਾਂ ਤੱਕ ਫੌਜ, ਪੁਲਿਸ, ਜੇਲ੍ਹ ਅਤੇ ਹਥਿਆਰਾਂ ਨਾਲ ਲੈਸ ਸੱਤਾ ਨੂੰ ਆਖਿਰ ਕਿਉਂ ਡਰ ਲੱਗਦਾ ਸੀ 80 ਸਾਲ ਦੇ ਬਜ਼ੁਰਗ ਤੋਂ? ਉਹ ਕਿਹੜਾ ਡਰ ਸੀ ਜਿਸ ਕਰਕੇ ਅੰਗਰੇਜ਼ੀ ਅਤੇ ਭਾਰਤੀ ਹਕੂਮਤ ਉਸ ਨੂੰ ਹਮੇਸ਼ਾ ਜੇਲ੍ਹ ਵਿੱਚ ਬੰਦ ਦੇਖਣਾ ਚਾਹੁੰਦੀ ਸੀ? ਉਹ ਕਿਹੜਾ ਡਰ ਸੀ ਜਿਸ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ? ਸ਼ਾਇਰ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੇ ਬਾਰੇ ਵਿੱਚ ਲਿਖਦੇ ਹਨ, ਮੇਰੇ ਪਿੰਡ ਦੇ ਕਿਸੇ ਰੁੱਖ ਨੂੰ ਮੈਂ ਸੁਣਿਆ ਜੇਲ੍ਹ ਹੋ ਗਈ ਹੈ ਤੇ ਅੱਜ ਅਖਬਾਰ ਵਿੱਚ ਪੜ੍ਹਿਆ ਕਿ ਉਹ ਹਥਿਆਰਬੰਦ ਰੁੱਖ ਸੀ। ਉਹਦੇ ਕਈ ਦੋਸ਼ ਸਨ। ਉਹਦੇ ਪੱਤੇ ਸਾਂਵਿਆਂ ਦੀ ਥਾਂ ਹਮੇਸ਼ਾ ਲਾਲ ਉਗਦੇ ਸਨ, ਬਿਨਾਂ ਵਾਅਦੇ ਹੀ ਉੜਦੇ ਸਨ। ਉਹਦੇ ਪੱਲੇ ਬੰਦੂਕਾਂ, ਬੰਬ ਤੇ ਲੱਖਾਂ ਸੰਗੀਨਾਂ ਸੀ। ਮੈਂ ਰੁੱਖਾਂ ਕੋਲ ਸਦਾ ਰਹਿੰਦੀਆਂ ਛਾਵਾਂ ਤਾਂ ਸੁਣੀਆਂ ਸਨ, ਪਰ ਬੰਬਾਂ ਦੀ ਗੱਲ ਅਜਬ ਹੈ। ਉਹਦਾ ਨਾਮ ਬੂਜਾ ਸਿੰਘ ਸੀ, ਜੋ ਪੂਰੇ ਪੰਜਾਬ ਦਾ ਬਾਬਾ ਯਾਨੀ ਕਿ ਬਾਪੂ ਬਣ ਗਿਆ। ਬਾਬਾ ਬੂਜਾ ਸਿੰਘ ਨੇ ਫਿਲੌਰ ਜਾਣਾ ਸੀ। ਕੇਰ ਸਿੰਘ ਨੇ ਵੀ ਫਿਲੌਰ ਹੀ ਜਾਣਾ ਸੀ। ਇਸ ਲਈ ਬਾਬਾ ਜੀ ਨੇ ਉਸ ਨੂੰ ਸਾਈਕਲ ਤੇ 100 ਗਜ ਦਾ ਫਾਸਲਾ ਰੱਖਦੇ ਹੋਏ ਚੱਲਣ ਦੀ ਹਦਾਇਤ ਦਿੱਤੀ। ਦੋਵੇਂ ਦਰਬਾਰਾ ਸਿੰਘ ਦੇ ਘਰ ਤੋਂ 27 ਜੁਲਾਈ 1970 ਨੂੰ ਸ਼ਾਮ ਨੂੰ 4 ਵਜੇ ਨਿਕਲ ਪਏ। ਕੁਝ ਚਿਰ ਚੱਲਣ ਤੋਂ ਮਗਰੋਂ ਉਹ ਉਸ ਥਾਂ ਤੇ ਪਹੁੰਚ ਗਏ ਜਿੱਥੇ ਰਸੂਲਪੁਰ ਨੂੰ ਜਾਣ ਵਾਲੀ ਸੜਕ ਮੁੱਖ ਸੜਕ ਤੇ ਜਾ ਮਿਲਦੀ ਹੈ। ਬਾਬਾ ਜੀ ਰਸੂਲਪੁਰ ਵਾਲੀ ਸੜਕ ਵੱਲ ਮੁੜੇ। ਉਹਨਾਂ ਨੇ ਮੁਸ਼ਕਲ ਨਾਲ ਹੀ ਮੋੜ ਪਾਰ ਕੀਤਾ ਹੋਣਾ। ਉਦੋਂ ਹੀ ਕੇਰ ਸਿੰਘ ਦੇ ਸਾਹਮਣੇ ਪੁਲਿਸ ਦੀ ਜੀਪ ਲੰਘੀ। ਜੀਪ ਬਾਬਾ ਜੀ ਤੋਂ ਅੱਗੇ ਨਿਕਲ ਕੇ ਉਹਨਾਂ ਸਾਹਮਣੇ ਰੁਕ ਗਈ। 4-5 ਪੁਲਿਸ ਵਾਲੇ ਜੀਪ ਤੋਂ ਉਤਰੇ ਤੇ ਉਹਨਾਂ ਨੇ ਬਾਬਾ ਜੀ ਨੂੰ ਫੜ ਲਿਆ। ਬਾਬਾ ਜੀ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ। ਕਈ ਵਾਰ ਨਕਸਲਬਾੜੀ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਕਿਹਾ ਉਹ ਪਿੰਡ ਚੱਕ ਮਾਈ ਦਾਸ ਦਾ ਬੂਜਾ ਸਿੰਘ ਹੈ। ਪੁਲਿਸ ਵਾਲੇ ਬਾਬਾ ਜੀ ਨੂੰ ਜੀਪ ਵਿੱਚ ਸੁੱਟ ਕੇ ਲੈ ਗਏ। ਬਾਬਾ ਜੀ ਨੂੰ ਫੜਨ 'ਚ ਉਹਨਾਂ ਨੂੰ 2-3 ਮਿੰਟ ਹੀ ਲੱਗੇ। ਬਹੁਤ ਸਾਰੇ ਰਾਹੀ ਉਹਨਾਂ ਨੂੰ ਦੇਖਣ ਲਈ ਰੁਕ ਗਏ ਸੀ। ਜਦੋਂ ਪੁਲਿਸ ਵਾਲੇ ਬਾਬਾ ਜੀ ਨੂੰ ਫੜ ਰਹੇ ਸੀ ਤਾਂ ਬਾਕੀ ਪੁਲਿਸ ਵਾਲੇ ਲੋਕਾਂ ਨੂੰ ਅੱਗੇ ਜਾਣ ਲਈ ਕਹਿ ਰਹੇ ਸਨ ਅਤੇ ਇਸ ਘਟਨਾ ਨੂੰ ਭੁੱਲ ਜਾਣ ਲਈ ਚੇਤਾਵਨੀ ਦਿੰਦੇ ਹੋਏ ਇਹ ਵੀ ਬੋਲ ਰਹੇ ਸਨ ਕਿ ਕਿਤੇ ਤੁਹਾਨੂੰ ਵੀ ਨਤੀਜੇ ਨਾ ਭੁਗਤਣੇ ਪੈ ਜਾਣ। ਅਗਲੀ ਸਵੇਰ ਪੁਲਿਸ ਨੇ ਐਲਾਨ ਕਰ ਦਿੱਤਾ ਕਿ ਬਾਬਾ ਪਿੰਡ ਨਾਈ ਮਾਜਰਾ ਵਸਨਾਵਾਂ ਦੇ ਵਿਚਕਾਰ ਨਹਿਰ ਦੇ ਪੁਲ ਤੇ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਜਿਨ੍ਹਾਂ ਲੋਕਾਂ ਨੇ ਨਹਿਰ ਦੇ ਕੰਢੇ ਤੇ ਪਈ ਹੋਈ ਲਾਸ਼ ਨੂੰ ਦੇਖਿਆ, ਸੰਸਾਰ ਸਿੰਘ ਵਾਸੀ ਪਿੰਡ ਬੱਬਰ ਮਾਜਰਾ ਨੇ ਤਸਦੀਕ ਕੀਤਾ ਹੈ ਕਿ ਉਸਨੇ ਲਾਸ਼ ਨੂੰ ਅਤੇ ਉਸ ਦੇ ਆਸ-ਪਾਸ ਦੀ ਥਾਂ ਨੂੰ ਬੜੇ ਗੌਰ ਨਾਲ ਦੇਖਿਆ ਹੈ। ਜੋ ਚਿੱਟਾ ਕੁੜਤਾ ਪਜਾਮਾ ਬਾਬਾ ਜੀ ਨੂੰ ਪਵਾਇਆ ਗਿਆ ਸੀ, ਉਸ ਤੇ ਖੂਨ ਦਾ ਕੋਈ ਇੱਕ ਦਾਗ ਵੀ ਨਹੀਂ ਸੀ। ਲਾਸ਼ ਦੇ ਆਸ-ਪਾਸ ਖੂਨ ਦਾ ਕੋਈ ਨਿਸ਼ਾਨ ਵੀ ਨਹੀਂ ਸੀ। ਪੁਲਿਸ ਨੂੰ ਭਲੀ ਭਾਂਤ ਪਤਾ ਸੀ ਕਿ ਲਾਸ਼ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਚੁੱਕੀ ਹੈ। ਇਸ ਲਈ ਉਹਨਾਂ ਨੇ ਲਾਸ਼ ਦੇ ਆਸ-ਪਾਸ ਕਾਫੀ ਮਾਤਰਾ ਵਿੱਚ ਪਹਿਲਾਂ ਤੋਂ ਹੀ ਨਿੰਮ ਦੇ ਪੱਤੇ ਸੁੱਟ ਦਿੱਤੇ ਸਨ ਤਾਂ ਕਿ ਬਦਬੂ ਨੂੰ ਲੁਕਾਇਆ ਜਾ ਸਕੇ। ਜੁਲਾਈ 27 ਜਾਂ 28 ਦੀ ਰਾਤ ਨੂੰ ਬਾਬਾ ਬੂਜਾ ਸਿੰਘ ਨੂੰ ਕਰੀਬ 80 ਸਾਲ ਦੀ ਉਮਰ ਵਿੱਚ ਪੰਜਾਬ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਬਾਬਾ ਬੂਜਾ ਸਿੰਘ ਇੱਕ ਪੁਰਾਣੇ ਦੇਸ਼ ਭਗਤ ਸੀ ਜਿਨ੍ਹਾਂ ਨੇ ਗਦਰ ਪਾਰਟੀ ਤੋਂ ਲੈ ਕੇ ਨਕਸਲਬਾੜੀ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਹਮੇਸ਼ਾ ਹਥਿਆਰਬੰਦ ਇਨਕਲਾਬ ਦੇ ਰਸਤੇ ਨੂੰ ਚੁਣਿਆ। ਬਾਬਾ ਜੀ ਦਾ ਜਨਮ 19ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਪਿੰਡ ਚੱਕ ਮਾਈ ਦਾਸ, ਤਹਿਸੀਲ ਨਵਾਂ ਸ਼ਹਿਰ, ਜਲੰਧਰ ਵਿੱਚ ਹੋਇਆ ਸੀ। ਉਹਨਾਂ ਦੀ ਮਾਤਾ ਦਾ ਨਾਮ ਜੈ ਕੌਰ ਅਤੇ ਪਿਤਾ ਦਾ ਨਾਮ ਧਰਮ ਸਿੰਘ ਸੀ। ਹਜ਼ਾਰਾਂ ਲੋਕ ਉਸ ਸਮੇਂ ਰੋਜ਼ੀ ਰੋਟੀ ਕਮਾਉਣ ਲਈ ਮਜ਼ਦੂਰੀ ਕਰਨ ਲਈ ਵਿਦੇਸ਼ ਜਾਂਦੇ ਸਨ। ਬਾਬਾ ਬੂਜਾ ਸਿੰਘ ਵੀ ਉਸ ਸਮੇਂ ਕਮਾਉਣ ਲਈ ਵਿਦੇਸ਼ ਗਏ, ਪਰ ਉੱਥੇ ਉਹ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਕੇ ਇੱਕ ਅਜਿਹੇ ਇਨਕਲਾਬੀ ਬਣ ਗਏ ਜੋ ਅਗਲੇ 4 ਦਹਾਕਿਆਂ ਤੱਕ ਸਰਕਾਰ ਦਾ ਸਿਰ ਦਰਦ ਬਣੇ ਰਹੇ। ਬਾਬਾ ਜੀ 1929 ਵਿੱਚ ਚੀਨ ਪਹੁੰਚੇ। ਉੱਥੋਂ 1930 ਵਿੱਚ ਪਨਾਮਾ ਪਹੁੰਚ ਗਏ। ਉੱਥੇ ਹੀ ਉਹਨਾਂ ਦਾ ਗਦਰ ਪਾਰਟੀ ਨਾਲ ਰਾਬਤਾ ਬਣਿਆ ਅਤੇ ਉਹ ਉੱਥੇ ਹੀ ਗਦਰ ਪਾਰਟੀ ਦੀ ਅੰਤਰਰਾਸ਼ਟਰੀ ਲੀਡਰਸ਼ਿਪ ਭਾਈ ਰਤਨ ਸਿੰਘ ਰਾਏ ਸਰ ਡੱਬਾ, ਤੇਜਾ ਸਿੰਘ ਸੁਤੰਤਰ, ਚਾਚਾ ਅਜੀਤ ਸਿੰਘ ਯਾਨੀ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਤੇ ਅਰਜਨਟੀਨਾ ਲੀਡਰਸ਼ਿਪ ਨਾਲ ਮਿਲ ਕੇ ਇਨਕਲਾਬੀ ਸਰਗਰਮੀਆਂ ਵਿੱਚ ਜੁਟ ਗਏ।
ਆਮੁਖ ਮੈਗਜ਼ੀਨ ਦੇ ਸੰਪਾਦਕ ਰਹੇ ਕੰਚਨ ਕੁਮਾਰ ਲਿਖਦੇ ਹਨ ਕਿ ਭਾਰਤ ਵਿੱਚ ਕਮਿਊਨਿਸਟ ਪਾਰਟੀ 1920 ਵਿੱਚ ਬਣੀ। ਪਾਰਟੀ ਵਿੱਚ ਇਨਕਲਾਬੀ ਲੋਕ ਸਨ ਜਿਨ੍ਹਾਂ ਨੇ ਵੱਡੀਆਂ ਲੜਾਈਆਂ ਲੜੀਆਂ, ਪਰ ਲੀਡਰਸ਼ਿਪ ਹਮੇਸ਼ਾ ਉਹਨਾਂ ਨੂੰ ਪਿੱਛੇ ਖਿੱਚਦੀ ਰਹੀ। 1926 ਵਿੱਚ ਗਦਰ ਪਾਰਟੀ ਇੱਕ ਲੜਾਕੂ ਕਮਿਊਨਿਸਟ ਪਾਰਟੀ ਬਣਾਉਣਾ ਚਾਹ ਰਹੀ ਸੀ। ਗਦਰ ਪਾਰਟੀ ਦਾ ਮੁੱਖ ਅਖਬਾਰ ਸੀ ਕੀਰਤੀ। ਉਹ ਆਪਣੇ ਲੋਕਾਂ ਨੂੰ ਇੱਕ ਪਾਰਟੀ ਨਹੀਂ ਸਗੋਂ ਇੱਕ ਗਰੁੱਪ ਸਮਝਦੇ ਸੀ। ਜਨਤਾ ਉਹਨਾਂ ਨੂੰ ਕਿਰਤੀ ਪਾਰਟੀ ਦੇ ਲੋਕਾਂ ਦੇ ਤੌਰ ਤੇ ਜਾਣਦੀ ਸੀ। ਇਨਕਲਾਬ ਲਈ ਇੱਕ ਇਨਕਲਾਬੀ ਪਾਰਟੀ ਦੀ ਜ਼ਰੂਰਤ ਹੈ, ਇਹ ਸਮਝ ਗਦਰ ਪਾਰਟੀ ਦੀ ਲੀਡਰਸ਼ਿਪ ਦੀ ਸੀ। ਉਹਨਾਂ ਨੇ ਕੌਮਨਤਨ ਨਾਲ ਗੱਲਬਾਤ ਕੀਤੀ। ਰੂਸ ਦੀ ਸਮਾਜਵਾਦੀ ਸਰਕਾਰ ਦੀ ਮਦਦ ਨਾਲ ਲਾਤੀਨੀ ਅਮਰੀਕਾ ਦੇ ਵਿਭਿੰਨ ਦੇਸ਼ਾਂ ਵਿੱਚ ਅਤੇ ਕੈਨੇਡਾ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਵਿੱਚੋਂ ਅੱਗੇ ਵਧੇ ਹੋਏ ਗਦਰ ਪਾਰਟੀ ਦੇ ਨੇਤਾਵਾਂ ਨੂੰ ਮਾਸਕੋ ਦੀ ਈਸਟਰਨ ਯੂਨੀਵਰਸਿਟੀ ਵਿੱਚ ਮਾਰਕਸਵਾਦ ਵਿੱਚ ਸਿੱਖਿਅਤ ਹੋਣ ਲਈ ਭੇਜਿਆ ਗਿਆ। ਇਸ ਯੂਨੀਵਰਸਿਟੀ ਵਿੱਚ ਸਭ ਤੋਂ ਜ਼ਿਆਦਾ ਵਿਦਿਆਰਥੀ ਪੰਜਾਬ ਤੋਂ ਸਨ। ਇੱਕ ਜੱਥਾ ਬਾਬਾ ਬੂਜਾ ਸਿੰਘ ਦੀ ਅਗਵਾਈ ਵਿੱਚ ਇੱਥੇ ਪਹੁੰਚਿਆ ਸੀ। ਉੱਥੋਂ ਦੀ ਸਿੱਖਿਆ ਪੂਰੀ ਕਰਕੇ 1934 ਵਿੱਚ ਉਹ ਵੱਖੋ ਵੱਖਰੇ ਰਸਤਿਆਂ ਥਾਣੀ ਭਾਰਤ ਪਰਤੇ। ਪਾਰਟੀ ਨੇ ਉਹਨਾਂ ਨੂੰ ਬੰਬਈ, ਕਾਨਪੁਰ, ਕਲਕੱਤਾ ਅਤੇ ਪੰਜਾਬ ਭੇਜਿਆ। ਉਹਨਾਂ ਲੋਕਾਂ ਨੇ ਪੰਜਾਬ ਪਾਰਟੀ ਨੂੰ ਪੁਨਰਗਠਿਤ ਕਰਕੇ ਕਿਰਤੀ ਦੀ ਆਪਣੀ ਸੂਬਾ ਕਮੇਟੀ ਬਣਾਈ। ਪੰਜਾਬ ਵਿੱਚ ਕਮਿਊਨਿਸਟ ਪਾਰਟੀ 1924 ਵਿੱਚ ਬਣੀ। ਕਿਰਤੀ ਪਾਰਟੀ ਸ਼ੁਰੂ ਤੋਂ ਹੀ ਭਾਕਪਾ ਨਾਲ ਏਕਤਾ ਕਰਨਾ ਚਾਹੁੰਦੀ ਸੀ, ਕਿਉਂਕਿ ਕਿਰਤੀ ਪਾਰਟੀ ਦੀ ਲੀਡਰਸ਼ਿਪ ਮਜ਼ਦੂਰ ਕਿਸਾਨਾਂ ਦੇ ਘਰਾਂ ਤੋਂ ਆਈ ਸੀ। ਪਰੰਪਰਾਗਤ ਸਿੱਖਿਆ ਉਹਨਾਂ ਨੂੰ ਨਹੀਂ ਮਿਲੀ ਸੀ, ਇਸ ਲਈ ਭਾਕਪਾ ਲੀਡਰਸ਼ਿਪ ਉਹਨਾਂ ਨੂੰ ਅਨਪੜ੍ਹ ਸਮਝਦੀ ਸੀ ਅਤੇ ਏਕਤਾ ਦੇ ਖਿਲਾਫ ਸੀ। ਜਦੋਂ 1940 ਵਿੱਚ ਕਿਰਤੀ ਪਾਰਟੀ ਅਤੇ ਭਾਕਪਾ ਦੇ ਲੀਡਰ ਰਾਜਸਥਾਨ ਦੇ ਦੇਵਲੀ ਕੈਂਪ ਵਿੱਚ ਨਾਲ-ਨਾਲ ਨਜ਼ਰਬੰਦ ਰਹੇ ਤਾਂ ਉਦੋਂ ਉਹਨਾਂ ਦਾ ਵਹਿਮ ਟੁੱਟਿਆ। ਉਹ ਕਾਮਰੇਡ ਬੂਜਾ ਸਿੰਘ ਦੀ ਮਾਰਕਸਵਾਦ ਦੀ ਸਮਝ, ਉਸ ਦੀ ਜਥੇਬੰਦਕ ਸਮਰੱਥਾ ਅਤੇ ਲੜਾਕੂ ਪੁਣੇ ਦੇ ਕਾਇਲ ਹੋ ਗਏ। ਫਿਰ ਵੀ ਦੋਨਾਂ ਪਾਰਟੀਆਂ ਨੂੰ ਇਕਜੁੱਟ ਹੋਣ ਵਿੱਚ 28 ਮਈ 1942 ਤੱਕ ਦਾ ਸਮਾਂ ਲੱਗ ਗਿਆ। ਅਨੇਕਾਂ ਇਨਕਲਾਬੀਆਂ ਦਾ ਸਾਥ ਪਾਉਣ ਦੇ ਬਾਵਜੂਦ ਵੀ ਭਾਕਪਾ ਲੀਡਰਸ਼ਿਪ ਕਾਂਗਰਸ ਦੀ ਪਿਛਲੱਗੂ ਹੀ ਬਣੀ ਰਹੀ। 1939 ਵਿੱਚ ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਕੌਮੀ ਪ੍ਰਧਾਨ ਚੁਣੇ ਗਏ ਸੀ, ਜਿਸ ਵਿੱਚ ਕਿਰਤੀ ਪਾਰਟੀ ਦੀ ਅਹਿਮ ਭੂਮਿਕਾ ਸੀ। 1941 ਵਿੱਚ ਜਦੋਂ ਬੋਸ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਯੋਜਨਾ ਬਣੀ ਸੀ ਤਾਂ ਉਸ ਦੀ ਜ਼ਿੰਮੇਵਾਰੀ ਬਾਬਾ ਬੂਜਾ ਸਿੰਘ ਦੀ ਹੀ ਸੀ। ਬਾਬਾ ਬੂਜਾ ਸਿੰਘ ਅਤੇ ਤੇਜਾ ਸਿੰਘ ਸੁਤੰਤਰ ਇੱਕ ਵਾਰ ਫਿਰ ਭਾਕਪਾ ਦੀ ਪਿਛਲੱਗੂ ਲੀਡਰਸ਼ਿਪ ਤੋਂ ਪਿੱਛਾ ਛੁਡਾ ਕੇ ਵੱਖ ਹੋ ਗਏ ਅਤੇ ਪੰਜਾਬ ਵਿੱਚ ਲਾਲ ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ। ਇਸੇ ਪਾਰਟੀ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਮੁਜਾਰੇ 1948 ਵਿੱਚ ਉੱਠ ਖੜੇ ਹੋਏ ਅਤੇ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਕੀਤਾ। ਪੁਲਿਸ ਨਾਲ ਹਥਿਆਰਬੰਦ ਝੜਪਾਂ ਹੋਈਆਂ, ਪਿੰਡ-ਪਿੰਡ ਲੜਾਕੂ ਦਸਤੇ ਬਣਾਏ ਗਏ। ਇਸ ਤੋਂ ਬਾਅਦ ਜਦੋਂ ਲਾਲ ਪਾਰਟੀ ਅਤੇ ਭਾਕਪਾ ਦਾ ਰਲੇਵਾਂ ਹੋਇਆ ਤਾਂ ਬਾਬਾ ਬੂਜਾ ਸਿੰਘ ਨੂੰ ਭਾਕਪਾ ਨੇ ਆਪਣਾ ਮੈਂਬਰ ਨਹੀਂ ਮੰਨਿਆ, ਜਦ ਕਿ ਉਹ ਲਾਲ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਨ। ਭਾਕਪਾ ਦਾ ਡਰ ਸੀ ਕਿ ਗਦਰੀ ਬਾਬਾ ਹਥਿਆਰਬੰਦ ਸੰਘਰਸ਼ ਨੂੰ ਹਵਾ ਦੇ ਸਕਦਾ ਹੈ, ਜਦ ਕਿ ਭਾਕਪਾ ਚੋਣਾਂ ਦੇ ਰਾਹ ਚੱਲ ਪਈ ਸੀ। ਬਾਬਾ ਜੀ ਨੇ ਫਿਰ ਗਦਰ ਪਾਰਟੀ ਅਤੇ ਆਪਣੇ ਸਾਥੀਆਂ ਦੀ ਯਾਦ ਵਿੱਚ ਜਲੰਧਰ ਵਿੱਚ ਸ਼ਹੀਦ ਯਾਦਗਾਰ ਭਵਨ ਬਣਾਉਣ ਲਈ ਭੱਜ ਦੌੜ ਸ਼ੁਰੂ ਕਰ ਦਿੱਤੀ। ਇਸ ਦੇ ਲਈ ਕਈ ਸਾਲ ਵਿਦੇਸ਼ਾਂ ਵਿੱਚ ਘੁੰਮਦੇ ਰਹੇ। ਇਸ ਲਈ ਫੰਡ ਇਕੱਠਾ ਕੀਤਾ ਅਤੇ ਜਲੰਧਰ ਵਿੱਚ ਸ਼ਾਨਦਾਰ ਇਮਾਰਤ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਦਿੱਤਾ। ਜਦੋਂ ਸੰਘਰਸ਼ ਵਿੱਚ ਤਪੇ ਹੋਏ ਕਾਮਰੇਡ ਚਾਰੂ ਮਜੂਮਦਾਰ ਨੇ ਉਹ ਕੀਤਾ ਜੋ ਇੱਕ ਕਮਿਊਨਿਸਟ ਨੂੰ ਅਜਿਹੀ ਹਾਲਤ ਵਿੱਚ ਕਰਨਾ ਚਾਹੀਦਾ ਹੈ, ਉਸਨੇ 28 ਜਨਵਰੀ 1965 ਤੋਂ ਅਪ੍ਰੈਲ 1966 ਵਿੱਚ 8 ਇਤਿਹਾਸਕ ਦਸਤਾਵੇਜ਼ ਲਿਖੇ, ਜਿਸ ਵਿੱਚ ਭਾਰਤ ਦੀ ਉਸ ਸਮੇਂ ਦੀ ਹਾਲਤ ਵਿੱਚ ਮਾਰਕਸਵਾਦ, ਲੈਨਿਨਵਾਦ, ਮਾਓ ਜ਼ੇਤੁੰਗ ਵਿਚਾਰਧਾਰਾ ਦੀ ਪ੍ਰਯੋਗਾਤਮਕ ਦਿਸ਼ਾ ਸੀ। ਉਹ ਦਾਰਜਲਿੰਗ ਜ਼ਿਲ੍ਹਾ ਕਮੇਟੀ ਦੇ 24 ਮੈਂਬਰਾਂ ਵਿੱਚੋਂ 22 ਮੈਂਬਰਾਂ ਨੂੰ ਇਹਨਾਂ ਦਸਤਾਵੇਜ਼ਾਂ ਦੇ ਪੱਖ ਵਿੱਚ ਲੈ ਕੇ ਆਏ ਅਤੇ ਪ੍ਰਯੋਗ ਵਿੱਚ ਜੁਟ ਗਏ। ਕਿਸਾਨ ਅੰਦੋਲਨ ਵਿੱਚ ਉਬਾਲ ਆਇਆ। ਉਸ ਜਮਾਤੀ ਸੰਘਰਸ਼ ਦੀ ਫਸਲ ਸੀ ਬਸੰਤ ਦੀ ਗਰਜ। ਨਕਸਲਬਾੜੀ ਦੀ ਖਬਰ ਜੰਗਲ ਵਿੱਚ ਅੱਗ ਦੀ ਤਰ੍ਹਾਂ ਫੈਲਦੀ ਜਾ ਰਹੀ ਸੀ। ਪੰਜਾਬ ਦੇ ਕਮਿਊਨਿਸਟ ਇਨਕਲਾਬੀ ਲੋਕ ਲੱਗਦਾ ਇਸ ਗੱਲ ਦਾ ਹੀ ਇੰਤਜ਼ਾਰ ਕਰ ਰਹੇ ਸੀ। ਉਹਨਾਂ ਨੇ ਤੈਅ ਕੀਤਾ ਕਿ ਉਹਨਾਂ ਦਾ ਪਹਿਲਾ ਕੰਮ ਹੈ ਨਕਸਲਬਾੜੀ ਸਾਥੀਆਂ ਨਾਲ ਤਾਲਮੇਲ ਸਥਾਪਿਤ ਕਰਨਾ। ਦੂਸਰਾ ਕੰਮ ਹੈ ਆਮ ਜਨਤਾ ਵਿੱਚ ਨਕਸਲਵਾਦੀ ਵਿਚਾਰਧਾਰਾ ਅਤੇ ਰਾਜਨੀਤੀ ਦਾ ਪ੍ਰਚਾਰ ਕਰਨਾ। ਇਸ ਦੇ ਲਈ 1968 ਵਿੱਚ ਸੰਗਰੂਰ ਦੇ ਬੇਨੜਾ ਪਿੰਡ ਵਿੱਚ ਮੀਟਿੰਗ ਰੱਖੀ ਗਈ, ਜਿਸ ਵਿੱਚ ਤਾਲਮੇਲ ਕਮੇਟੀ ਪੰਜਾਬ ਦਾ ਗਠਨ ਕੀਤਾ ਗਿਆ।
22 ਅਪ੍ਰੈਲ 1969 ਨੂੰ ਸੋਧਵਾਦ ਅਤੇ ਕਮਿਊਨਿਜ਼ਮ ਦੇ ਵਿਚਕਾਰ ਲੀਕ ਖਿੱਚ ਕੇ ਅਲੱਗ ਭਾਕਪਾ ਮਾਲੇ ਦਾ ਗਠਨ ਹੋਇਆ। ਬਾਬਾ ਬੁੱਝਾ ਸਿੰਘ ਪੰਜਾਬ ਸੂਬਾ ਕਮੇਟੀ ਦੇ ਮੈਂਬਰ ਚੁਣੇ ਗਏ। ਉਹ ਮਈ 1970 ਵਿੱਚ ਹੋਈ ਪਾਰਟੀ ਕਾਂਗਰਸ ਦੇ ਨੁਮਾਇੰਦੇ ਵੀ ਚੁਣੇ ਗਏ ਸੀ। ਹਾਲਾਂਕਿ ਉਹ ਲੇਟ ਹੋਣ ਦੇ ਕਾਰਨ ਇਸ ਵਿੱਚ ਸ਼ਾਮਿਲ ਨਹੀਂ ਹੋ ਸਕੇ। 8 ਦਸੰਬਰ 1967 ਨੂੰ ਬਠਿੰਡਾ ਜ਼ਿਲ੍ਹੇ ਦੇ ਸਮਾਓ ਪਿੰਡ ਵਿੱਚ ਜਦੋਂ ਪਹਿਲੀ ਵਾਰ ਜ਼ਮੀਨ ਤੇ ਲਾਲ ਝੰਡੇ ਗੱਡ ਕੇ ਕਬਜ਼ਾ ਕੀਤਾ ਗਿਆ ਅਤੇ ਫਿਰ 18 ਜੂਨ 1969 ਸੰਗਰੂਰ ਦੇ ਕਿਲਾ ਹਕੀਮਾ ਵਿੱਚ ਜ਼ਮੀਂਦਾਰ ਦੀ ਜ਼ਮੀਨ ਖੋਈ ਗਈ, ਉਦੋਂ ਬਾਬਾ ਜੀ ਇਸ ਦੀ ਅਗਵਾਈ ਦੀ ਮੂਹਰਲੀ ਕਤਾਰ ਵਿੱਚ ਸਨ। ਕਈ ਗਦਾਰਾਂ, ਜ਼ਿਮੀਂਦਾਰਾਂ, ਸੂਦਖੋਰਾਂ ਨੂੰ ਸਜ਼ਾ ਦੇਣ ਵਿੱਚ ਉਹ ਸ਼ਾਮਿਲ ਰਹੇ। ਕਿਲਾ ਹਕੀਮਾ ਦੇ ਜ਼ਿਮੀਂਦਾਰ ਜਨਰਲ ਬਲਵੰਤ ਸਿੰਘ ਦਾ ਸਫਾਇਆ ਕੀਤਾ ਗਿਆ। ਇਹ ਪਟਿਆਲਾ ਰਾਜੇ ਦੀ ਫੌਜ ਵਿੱਚ ਹੁੰਦਾ ਸੀ। ਬੁੱਝਾ ਸਿੰਘ ਜੀ ਇਸ ਦੀ ਟੋਹ ਅਤੇ ਯੋਜਨਾ ਵਿੱਚ ਸ਼ਾਮਿਲ ਸਨ। ਇਸ ਤੋਂ ਬਾਅਦ ਬਾਬਾ ਬੁੱਝਾ ਜੀ ਇਸ਼ਤਿਹਾਰੀ ਮੁਜਰਮ ਕਰਾਰ ਦੇ ਦਿੱਤੇ ਗਏ। 27 ਜੁਲਾਈ 1970 ਨੂੰ ਪੁਲਿਸ ਨੇ ਉਹਨਾਂ ਨੂੰ ਫੜ ਕੇ ਖਤਮ ਕਰ ਦਿੱਤਾ। ਆਦਮੀ ਨੂੰ ਖਤਮ ਕੀਤਾ ਜਾ ਸਕਦਾ ਹੈ, ਪਰ ਉਸ ਦੀ ਸੋਚ ਨੂੰ ਨਹੀਂ। ਬਾਬਾ ਬੁੱਝਾ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਉਹ ਕਮਿਊਨਿਸਟ ਪੈਦਾ ਕਰਨ ਦੀ ਮਸ਼ੀਨ ਹਨ। ਜਿਨ੍ਹਾਂ ਨੇ ਵੀ ਉਹਨਾਂ ਦੀ ਦਰਸ਼ਨ ਸ਼ਾਸਤਰ, ਰਾਜਨੀਤਿਕ ਅਰਥ ਸ਼ਾਸਤਰ ਅਤੇ ਸਮਾਜਵਾਦ ਦੀਆਂ ਕਲਾਸਾਂ ਸੁਣੀਆਂ, ਉਹ ਇਨਕਲਾਬ ਵਿੱਚ ਕੁੱਦ ਪੈਂਦੇ ਸਨ। ਪੂਰੇ ਪੰਜਾਬ ਵਿੱਚ ਸਾਈਕਲ ਤੇ ਘੁੰਮ ਕੇ ਉਹਨਾਂ ਰਾਤਾਂ ਨੂੰ ਗੁਪਤ ਕਲਾਸਾਂ ਲਾਈਆਂ। ਬਹੁਤ ਸਾਰੇ ਅਜਿਹੇ ਬਜ਼ੁਰਗ ਮਿਲ ਜਾਣਗੇ ਜੋ ਉਹਨਾਂ ਨੂੰ ਸਾਈਕਲ ਤੇ ਘੁਮਾਉਂਦੇ ਸਨ ਜਾਂ ਜਿਸ ਨੇ ਕਲਾਸ ਸੁਣੀ। 1972 ਤੋਂ ਬਾਅਦ ਪੂਰੇ ਦੇਸ਼ ਵਿੱਚ ਨਕਸਲਬਾੜੀ ਅੰਦੋਲਨ ਨੂੰ ਧੱਕਾ ਲੱਗਿਆ। ਅੰਦੋਲਨ ਕੁਚਲ ਦਿੱਤਾ ਗਿਆ। ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ। ਪੰਜਾਬ ਵਿੱਚ ਕਰੀਬ 86 ਇਨਕਲਾਬੀ ਨੌਜਵਾਨ ਸ਼ਹੀਦ ਹੋਏ, ਪਰ ਜਿਸ ਕਾਰਨ ਨਕਸਲਬਾੜੀ ਪੈਦਾ ਹੋਇਆ ਸੀ ਉਹ ਹਾਲਤਾਂ ਖਤਮ ਨਹੀਂ ਹੋਈਆਂ। 1980 ਦੇ ਦਹਾਕੇ ਵਿੱਚ ਸੱਚੇ ਕਮਿਊਨਿਸਟਾਂ ਨੇ ਗਰੁੱਪਾਂ ਨੇ ਆਪਣੀ ਸਮੀਖਿਆ ਕੀਤੀ ਅਤੇ ਫਿਰ ਅੰਦੋਲਨ ਵਿੱਚ ਜਾਨ ਆ ਗਈ। ਉਹੀ ਨਕਸਲਬਾੜੀ ਅੰਦੋਲਨ ਅੱਜ ਆਂਧਰਾ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਮਹਾਰਾਸ਼ਟਰ, ਕੇਰਲਾ ਅਤੇ ਦੇਸ਼ ਦੇ ਕਈ ਸੂਬਿਆਂ ਵਿੱਚ ਸਰਕਾਰ ਦੇ ਲਈ ਸਭ ਤੋਂ ਵੱਡਾ ਖਤਰਾ ਬਣ ਚੁੱਕਿਆ ਹੈ। ਇਹਨਾਂ ਖੇਤਰਾਂ ਵਿੱਚ ਸੰਘਰਸ਼ੀਲ ਲੋਕ ਜਨਤਾਨਾ ਸਰਕਾਰ ਦੇ ਨਾਮ ਤੇ ਆਪਣਾ ਲੋਕ ਰਾਜ ਚਲਾ ਰਹੇ ਹਨ। ਵਿੱਤ ਪੂੰਜੀ ਦੇ ਸੁਨਾਮੀ ਹਮਲੇ ਦਾ ਮੁਕਾਬਲਾ ਕਰਕੇ, ਲੁੱਟ ਉੱਪਰ ਆਧਾਰਿਤ ਉਤਪਾਦਨ ਪ੍ਰਣਾਲੀ ਤਬਾਹ ਕਰਕੇ ਆਤਮ ਨਿਰਭਰ, ਨਵ ਜਮਹੂਰੀ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਪ੍ਰਬੰਧ ਖੜਾ ਕਰਨਾ ਇਸ ਲੋਕ ਰਾਜ ਦੀ ਹੀ ਖਾਸੀਅਤ ਹੈ। ਪ੍ਰੋਲੇਤਾਰੀ ਦੀ ਅਗਵਾਈ ਵਿੱਚ ਚੱਲ ਰਹੇ ਡੂੰਘੇ ਜਮਾਤੀ ਘੋਲ ਦੇ ਫਲਸਰੂਪ ਇਹ ਪ੍ਰਬੰਧ ਹਕੀਕੀ ਰੂਪ ਲੈ ਰਿਹਾ ਹੈ ਅਤੇ ਵਰਤਮਾਨ ਪ੍ਰਬੰਧ ਦਾ ਇਹੀ ਵਿਕਲਪ ਹੋਏਗਾ। ਮਜ਼ਦੂਰਾਂ ਦੀ ਅਗਵਾਈ ਵਿੱਚ ਨਕਸਲਬਾੜੀ ਇੱਕ ਕਿਸਾਨ ਵਿਦਰੋਹ ਸੀ ਅਤੇ ਕਿਸਾਨ ਹੀ ਉਸ ਦੀ ਮੁੱਖ ਸ਼ਕਤੀ ਹੈ। ਦੇਸ਼ ਵਿੱਚ ਕਾਰਪੋਰੇਟਾਂ ਦੇ ਕਬਜ਼ੇ ਤੋਂ ਜ਼ਮੀਨ ਬਚਾਉਣ ਲਈ ਕਿਸਾਨ ਸੰਘਰਸ਼ ਕਰ ਰਹੇ ਹਨ। ਜਿਨ੍ਹਾਂ ਕਾਰਪੋਰੇਟਾਂ ਦੀ ਪਿੱਠ ਤੇ ਹਥਿਆਰਾਂ ਨਾਲ ਲੈਸ ਸੱਤਾ ਹੈ, ਨਕਸਲਬਾੜੀ ਨੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਦਾ ਰਾਹ ਦਿਖਾਇਆ ਹੈ। ਬਾਬਾ ਬੁੱਝਾ ਸਿੰਘ ਜੀ ਨੇ ਗਦਰ ਤੋਂ ਲੈ ਕੇ ਨਕਸਲਬਾੜੀ ਤੱਕ ਜੋ ਰਾਹ ਅਪਣਾਇਆ, ਉਹ ਪੰਜਾਬ ਅਤੇ ਪੂਰੇ ਭਾਰਤ ਲਈ ਅੱਜ ਵੀ ਪ੍ਰਸੰਗਿਕ ਹੈ। ਬਾਬਾ ਬੁੱਝਾ ਸਿੰਘ ਦਾ ਰਾਹ ਸਾਡਾ ਰਾਹ ਹੈ, ਗਦਰ ਦਾ ਰਾਹ ਸਾਡਾ ਰਾਹ ਹੈ। ਉਹਨਾਂ ਦੀ ਸ਼ਹਾਦਤ ਨੌਜਵਾਨਾਂ ਨੂੰ ਅੱਜ ਵੀ ਪ੍ਰੇਰਿਤ ਕਰ ਰਹੀ ਹੈ। ਅਸਾਂ ਬਦਲਾ ਲੈਣਾ ਹੈ ਉਸ ਬੁੱਢੜੇ ਬਾਬੇ ਦਾ, ਜਿਨ੍ਹਾਂ ਫੜ ਕੇ ਮਾਰ ਦਿੱਤਾ ਸਾਡਾ ਮਾਣ ਦੁਆਬੇ ਦਾ। ਬਾਬਾ ਬੁੱਝਾ ਸਿੰਘ ਨੂੰ ਲਾਲ ਸਲਾਮ।